ਬੈਸਨੋ ਸੋ ਜਿਸ ਉਪਰ ਸੋ ਪ੍ਰਸੰਨ, ਬਿਸ਼ਨ ਕੀ ਮਾਇਆ ਤੇ ਹੋਏ ਭਿੰਨ। ਸਤਿਗੁਰ ਜੀ ਫੁਰਮਾਨ ਕਰਦੇ ਹਨ, ਬੈਸਨੋ ਉਹ ਹੈ, ਬੈਸਨੋ ਸੋ। ਵੈਸ਼ਨੋ ਅਸਲ ਦੇ ਵਿੱਚ ਵਿਸ਼ਨੂੰ ਦਾ ਪੁਜਾਰੀ, ਭਾਵ ਕਿ ਬਹੁਤ ਹੀ ਧਰਮੀ, ਆਪਣੇ ਆਪ ਨੂੰ ਬਹੁਤ ਹੀ ਧਰਮੀ ਅਖਵਾਉਣ ਵਾਲਾ। ਜੋ ਮਨੁੱਖ ਕਦੇ ਕੋਈ ਬੁਰਾ ਕਰਮ ਨਾ ਕਰੇ, ਕਿਸੇ ਬੁਰੇ ਰਸਤੇ ਤੇ ਨਾ ਚੱਲੇ, ਤੇ ਉਹਨੂੰ ਆਪਾਂ ਕਹਿ ਦਿੰਦੇ ਕਿ ਫਲਾਣਾ ਬੰਦਾ ਬੜਾ ਵੈਸ਼ਨੂ ਹੈ। ਜਾਂ ਖਾਸ ਤੌਰ ਤੇ ਜੋ ਮਨੁੱਖ ਨਸ਼ੇ ਪੱਤੇ ਤੋਂ ਰਹਿਤ ਹੋਵੇ, ਆਪਾਂ ਉਹਦੇ ਵਾਸਤੇ ਜ਼ਿਆਦਾ ਇਹ ਸ਼ਬਦ ਵਰਤਦੇ ਹਾਂ ਕਿ ਫਲਾਣਾ ਬੰਦਾ ਬਿਲਕੁਲ ਵੈਸ਼ਨੂ ਹੈ, ਕੁਝ ਵੀ ਖਾਂਦਾ ਪੀਂਦਾ ਨਹੀਂ। ਚੇਤੇ ਰੱਖਣਾ, ਵੈਸ਼ਨੂ ਸ਼ਬਦ ਦਾ ਮਤਲਬ ਹੈ ਵਿਸ਼ਨੂੰ ਦਾ ਪੁਜਾਰੀ, ਭਾਵ ਅੰਦਰੋਂ ਅਸਲੀ ਧਰਮੀ। ਸਤਿਗੁਰ ਜੀ ਫੁਰਮਾਨ ਕਰਦੇ ਨੇ ਕਿ ਵੈਸ਼ਨੂ ਕਿਸ ਨੂੰ ਬੁਲਾਇਆ ਜਾਵੇ। ਵੈਸ਼ਨੂ ਅਸਲ ਦੇ ਵਿੱਚ ਉਹ ਮਨੁੱਖ ਹੈ ਜਿਸ ਉੱਪਰ ਸੋ ਪ੍ਰਸੰਨ, ਜਿਸ ਦੇ ਉੱਤੇ ਉਸ ਪਰਮਾਤਮਾ ਦੀ ਕਿਰਪਾ ਹੋ ਗਈ, ਉਹ ਪਰਮਾਤਮਾ ਦੀ ਖੁਸ਼ੀ ਆ ਗਈ। ਸੋ ਪ੍ਰਸੰਨ ਦਾ ਮਤਲਬ ਹੈ ਖੁਸ਼ੀ। ਜਿਸ ਮਨੁੱਖ ਦੇ ਉੱਪਰ ਪਰਮਾਤਮਾ ਦੀ ਸੰਪੂਰਨ ਖੁਸ਼ੀ ਆ ਗਈ, ਉਹ ਮਨੁੱਖ ਵੈਸ਼ਨੂ ਬਣ ਜਾਂਦਾ ਹੈ, ਭਾਵ ਅਸਲੀ ਧਰਮੀ ਬਣ ਜਾਂਦਾ ਹੈ। ਇਸ ਤੋਂ ਅਗਲਾ ਬਚਨ ਕਹਿਣ ਲੱਗੇ, ਬਿਸ਼ਨ ਕੀ ਮਾਇਆ ਤੇ ਹੋਏ ਭਿੰਨ। ਬਿਸ਼ਨ ਦਾ ਮਤਲਬ, ਇਹਦਾ ਮਤਲਬ ਹੈ ਕਿ ਵੈਸ਼ਨੂ ਵਿਸ਼ਨ ਦੀ ਮਾਇਆ, ਇਹ ਸੰਸਾਰ ਦੇ ਵਿੱਚ ਰਚੀ ਗਈ ਮਾਇਆ, ਇਹਦੇ ਤੋਂ ਵੀ ਭਿੰਨ ਰਹਿੰਦਾ ਹੈ, ਇਹਦੇ ਤੋਂ ਬੇਦਾਗ ਰਹਿੰਦਾ ਹੈ। ਮਾਇਆ ਦਾ ਅਸਰ ਉਸ ਦੇ ਉੱਪਰ ਬਿਲਕੁਲ ਨਹੀਂ ਹੁੰਦਾ। ਇਸ ਤੋਂ ਅਗਲਾ ਬਚਨ ਕਹਿਣ ਲੱਗੇ, ਕਰਮ ਕਰਤ ਹੋਵੈ ਨਿਹ ਕਰਮ, ਤਿਸ ਬੈਸਨੋ ਕਾ ਨਿਰਮਲ ਧਰਮ। ਜੋ ਮਨੁੱਖ ਧਰਮ ਦੇ ਕੰਮ ਕਰਦਾ ਹੋਇਆ, ਇਹਨਾਂ ਕੰਮਾਂ ਦੇ ਜਿਹੜੇ ਫਲ ਦੀ ਇੱਛਾ ਨਹੀਂ ਰੱਖਦਾ, ਨਿਸ਼ਕਾਮ ਭਾਵਨਾ ਦੇ ਨਾਲ ਸੇਵਾ। ਅਸਲ ਦੇ ਵਿੱਚ ਅਸੀਂ ਗੁਰੂ ਦੇ ਕੋਲ ਆਉਨੇ ਨਾ, ਬੜੀਆਂ ਸ਼ਰਤਾਂ ਨਾਲ ਲੈ ਕੇ ਆਉਨੇ ਆ। ਬੜੀਆਂ ਸਾਡੇ ਅੰਦਰ ਮੰਗਾਂ ਹੁੰਦੀਆਂ ਨੇ, ਅਸੀਂ ਮੰਗਾਂ ਬੜੀਆਂ ਰੱਖਦੇ ਹਾਂ, ਅਸੀਂ ਸ਼ਰਤਾਂ ਰੱਖਦੇ ਹਾਂ, ਸਾਡਾ ਆਹ ਕੰਮ ਹੋ ਜਾਏ ਅਸੀਂ ਇੰਨੀ ਵਾਰ ਗੁਰੂ ਘਰ ਆਵਾਂਗੇ, ਸਾਡਾ ਆਹ ਕੰਮ ਬਣ ਜਾਵੇ ਅਸੀਂ ਅਖੰਡ ਪਾਠ ਸਹਿਜ ਪਾਠ ਕਰਵਾਵਾਂਗੇ, ਸਾਡਾ ਆਹ ਕੰਮ ਬਣ ਜਾਵੇ ਅਸੀਂ ਫਲਾਣੇ ਤੀਰਥ ਤੇ ਇਸ਼ਨਾਨ ਕਰਕੇ ਆਵਾਂਗੇ। ਚੇਤੇ ਰੱਖਣਾ, ਇਹਨਾਂ ਸ਼ਰਤਾਂ ਦੇ ਨਾਲ ਨਹੀਂ, ਉਹ ਪਰਮਾਤਮਾ ਦਾ ਸਿਮਰਨ ਨਿਸ਼ਕਾਮ ਨਿਹ ਕਰਮ ਹੋ ਕੇ ਕਰਨਾ ਪੈਂਦਾ ਹੈ, ਕੋਈ ਫਲ ਦੀ ਇੱਛਾ ਨਹੀਂ। ਅਸਲ ਦੇ ਵਿੱਚ ਜੋ ਮਨੁੱਖ ਕਰਮ ਕਰਤ ਹੋਵੈ ਨਿਹ ਕਰਮ, ਆਪਣੇ ਧਰਮ ਦੇ ਕੰਮ ਕਰਦਾ ਹੈ, ਲੇਕਿਨ ਉਸ ਦੇ ਏਵਜ਼ ਦੇ ਵਿੱਚ, ਉਸ ਦੇ ਬਦਲੇ ਦੇ ਵਿੱਚ ਕੋਈ ਡਿਮਾਂਡ ਨਹੀਂ ਰੱਖਦਾ, ਕੋਈ ਇੱਛਾ ਨਹੀਂ ਰੱਖਦਾ ਕਿ ਮੈਂ ਜੇ ਇਹ ਚੰਗਾ ਕੰਮ ਕੀਤਾ, ਇਹਦੇ ਬਦਲੇ ਮੈਨੂੰ ਆਹ ਫਲ ਮਿਲੇਗਾ, ਮੈਂ ਆਹ ਕੰਮ ਕਰ ਦੇਵਾਂ, ਆਹ ਪੁੰਨ ਕਰ ਦੇਵਾਂ, ਇਹਦੇ ਬਦਲੇ ਮੈਨੂੰ ਆਹ ਕੁਝ ਮਿਲ ਜਾਵੇ। ਚੇਤੇ ਰੱਖਣਾ, ਉਹ ਇੱਕ ਮਤਲਬ ਦੇ ਵਾਸਤੇ ਕੀਤਾ ਗਿਆ ਪੁੰਨ ਕਰਮ ਹੈ, ਉਹਦਾ ਕੋਈ ਫਲ ਨਹੀਂ ਜੇ ਮਿਲਣਾ, ਉਹ ਪ੍ਰਵਾਨ ਨਹੀਂ। ਪ੍ਰਵਾਨ ਉਹ ਹੈ ਜਿਹਨੂੰ ਇੱਕ ਹਿੰਦੀ ਵਿੱਚ ਕਹਿ ਦਿੰਦੇ ਨੇ ਮੁਹਾਵਰਾ ਵੀ, ਨੇਕੀ ਕਰ ਦਰਿਆ ਮੇ ਡਾਲ, ਭਾਵ ਕਿ ਚੰਗਾ ਕਰਮ ਕਰਕੇ ਉਸ ਨੂੰ ਭੁੱਲ ਜਾਈਏ, ਉਹ ਕਰਮ ਜਿਹੜਾ ਸਾਡਾ ਫਲੀਭੂਤ ਹੁੰਦਾ ਹੈ। ਕਰਮ ਕਰਤ ਹੋਵੈ ਨਹੀਂ ਕਰਮ, ਜੋ ਵੈਸਨੋ, ਜੋ ਮਨੁੱਖ ਨਿਸ਼ਕਾਮ ਹੋ ਕੇ ਨਿਹਕਰਮ ਹੋ ਕੇ ਆਪਣੇ ਕਰਮ ਨੂੰ ਕਰਦਾ ਜਾਂਦਾ ਹੈ। ਅਗਲਾ ਬਚਨ ਕਹਿਣ ਲੱਗੇ, ਤਿਸ ਵੈਸ਼ਨੋ ਕਾ ਨਿਰਮਲ ਧਰਮ, ਉਸ ਵੈਸ਼ਨੋ ਦਾ, ਉਸ ਧਰਮੀ ਦਾ ਧਰਮ ਸਭ ਤੋਂ ਪਵਿੱਤਰ ਮੰਨਿਆ ਜਾਵੇਗਾ, ਜਿਹੜਾ ਇਸ ਤਰੀਕੇ ਦੇ ਨਾਲ ਧਰਮ ਦੇ ਕਰਮ ਕਰੇਗਾ। ਇਸ ਤੋਂ ਅਗਲਾ ਬਚਨ ਕਹਿਣ ਲੱਗੇ, ਕਾਹੂ ਫਲ ਕੀ ਇੱਛਾ ਨਹੀਂ ਬਾਛੈ, ਕੇਵਲ ਭਗਤ ਕੀਰਤਨ ਸੰਗ ਰਾਚੈ। ਜੋ ਮਨੁੱਖ ਕਿਸੇ ਵੀ ਫਲ ਦੀ ਖੁਆਇਸ਼ ਨਹੀਂ ਰੱਖਦਾ, ਕਾਹੂ ਫਲ ਕੀ ਇੱਛਾ ਨਹੀਂ ਬਾਛੈ। ਅਸਲ ਦੇ ਵਿੱਚ ਮਨੁੱਖ ਦਾ ਮੇਨ ਜਿਹੜਾ ਸੱਚਾ ਕਰਮ ਹੈ ਨਾ, ਉਹ ਇਹ ਹੈ ਕਿ ਉਹ ਆਪਣੀ ਸਿੱਧੀ ਨੀਤ ਦੇ ਨਾਲ, ਸਿੱਧੀ ਇੱਛਾ ਦੇ ਨਾਲ ਪਰਮਾਤਮਾ ਦੇ ਦੱਸੇ ਮਾਰਗ ਤੇ ਚੱਲ ਕੇ ਆਪਣੇ ਕਰਮ ਨੂੰ ਕਰਦਾ ਰਹੇ।
ਚੇਤੇ ਰੱਖਣਾ, ਫਲ ਲਾਉਣਾ ਮਾਲਕ ਦਾ ਕੰਮ ਹੈ, ਮਾਲੀ ਦਾ ਕੰਮ ਹੈ ਪਾਣੀ ਦੇਣਾ। ਫਲ ਲਾਉਣਾ ਮਾਲਕ ਦਾ ਕੰਮ ਹੈ, ਫਲ ਦੇ ਉੱਪਰ ਮਾਲੀ ਦਾ ਕੋਈ ਅਧਿਕਾਰ ਨਹੀਂ। ਉਹ ਕਹਿ ਦੇਵੇ ਕਿ ਇੰਨੇ ਫਲ ਲੱਗਣੇ ਹੀ ਚਾਹੀਦੇ ਨੇ, ਇਸ ਤਰ੍ਹਾਂ ਦਾ ਕੋਈ ਪਾਵਰ, ਕੋਈ ਜ਼ੋਰ ਨਹੀਂ ਮਾਲੀ ਦੀ, ਕਿਉਂਕਿ ਮਾਲੀ ਦਾ ਕਰਮ ਕੇਵਲ ਤੇ ਕੇਵਲ ਜੜ ਨੂੰ ਪਾਣੀ ਦੇਣਾ ਹੈ। ਉੱਪਰ ਕਿੰਨੇ ਫਲ ਲੱਗਣੇ ਨੇ ਇਹ ਪ੍ਰਮਾਤਮਾ ਨੂੰ ਪਤਾ ਹੈ। ਸਤਿਗੁਰੂ ਜੀ ਫਰਮਾਨ ਕਰਦੇ ਨੇ, ਕਾਹੂ ਫਲ ਕੀ ਇੱਛਾ ਨਹੀਂ ਬਾਛੈ। ਜੋ ਮਨੁੱਖ ਕਿਸੇ ਤਰ੍ਹਾਂ ਦੇ ਫਲ ਦੀ ਇੱਛਾ ਨਹੀਂ ਰੱਖਦਾ, ਉਹ ਕੇਵਲ ਤੇ ਕੇਵਲ ਇੱਕੋ ਅਰਦਾਸ ਕਰਦਾ, ਵਾਹਿਗੁਰੂ ਜੋ ਮੇਰੀ ਝੋਲੀ ਵਿੱਚ ਪਾ ਦੇਵੇਂ ਸੱਤ ਹੈ, ਜੋ ਤੂੰ ਮੇਰੇ ਕਰਮਾਂ ਦੇ ਵਿੱਚ ਉਕੇਰ ਦੇਵੇਂ ਉਹ ਸੱਤ ਹੈ। ਮੈਂ ਸੱਤ ਕਰਕੇ ਖਿੜੇ ਮੱਥੇ ਉਸ ਨੂੰ ਪ੍ਰਵਾਨ ਕਰਾਂ, ਇੰਨੀ ਕੁ ਜਾਚ ਮੈਨੂੰ ਦੇ ਦੇਈਂ। ਕਾਹੂ ਫਲ ਕੀ ਇੱਛਾ ਨਹੀਂ ਬਾਛੈ, ਕਿਸੇ ਤਰ੍ਹਾਂ ਦੀ ਫਲ ਦੀ ਖੁਆਇਸ਼ ਨਹੀਂ। ਅਗਲਾ ਬਚਨ ਕਹਿਣ ਲੱਗੇ, ਕੇਵਲ ਭਗਤ ਕੀਰਤਨ ਸੰਗ ਰਾਚੈ। ਉਹ ਮਨੁੱਖ ਕੇਵਲ ਭਗਤੀ ਦੇ ਵਿੱਚ, ਭਜਨ ਬੰਦਗੀ ਦੇ ਵਿੱਚ ਅਤੇ ਕੀਰਤਨ, ਅਸਲ ਦੇ ਵਿੱਚ ਕੀਰਤਨ ਸ਼ਬਦ ਦਾ ਵੀ ਆਪਾਂ ਨਿਖੇੜ ਕੇ ਅੱਜ ਅਰਥ ਕਰੀਏ। ਕੀਰਤਨ ਦਾ ਮਤਲਬ ਹੈ ਕੀਰਤ ਕਰਨੀ, ਕਿਸੇ ਦੀ ਉਸਤਤ ਕਰਨੀ। ਜਿਸਨੋਂ ਬਖਸ਼ੇ ਸਿਫਤ ਸਲਾਹ ਨਾਨਕ, ਪਾਤਸ਼ਾਹੀ ਪਾਤਸ਼ਾਹ। ਸਿਫਤ ਸਲਾਹ ਗਾਉਣ ਦੀ ਜਾਚ ਉਹਨੂੰ ਕਹਿੰਦੇ ਨੇ ਕੀਰਤਨ। ਅਸਲ ਦੇ ਵਿੱਚ ਕੀਰਤਨ ਕਿਰਤ ਨਹੀਂ, ਕੋਈ ਧੰਦਾ ਨਹੀਂ, ਬਿਜ਼ਨਸ ਨਹੀਂ। ਕੀਰਤਨ ਉਸ ਪਰਮਾਤਮਾ ਦੀ ਉਸਤਤ ਹੈ। ਕੇਵਲ ਭਗਤ ਕੀਰਤਨ ਸੰਗ ਰਾਚੈ। ਕੇਵਲ ਤੇ ਕੇਵਲ ਗੁਰੂ ਨਾਲ ਅੰਦਰੋਂ ਜੁੜਿਆ ਹੋਇਆ ਮਨੁੱਖ ਭਗਤ ਭਜਨ ਬੰਦਗੀ ਅਤੇ ਕੀਰਤਨ ਦੇ ਵਿੱਚ ਰਚ ਕੇ ਆਪਣੇ ਆਪ ਨੂੰ ਜਿਹੜਾ ਹੈ ਗੁਰੂ ਨਾਲ ਜੋੜ ਕੇ ਰੱਖਦਾ ਤੇ ਆਪਣੇ ਜੀਵਨ ਨੂੰ ਬਤੀਤ ਕਰਦਾ ਹੈ। ਇਸ ਤੋਂ ਅਗਲੇ ਬਚਨਾਂ ਵਿੱਚ ਸਤਿਗੁਰੂ ਜੀ ਫਰਮਾਨ ਕਰਦੇ ਹਨ, ਮਨ ਤਨ ਅੰਤਰ ਸਿਮਰਨ ਗੋਪਾਲ, ਸਭ ਉਪਰ ਹੋਵਤ ਕਿਰਪਾਲ। ਜਿਸ ਦੇ ਮਨ ਅਤੇ ਤਨ ਵਿੱਚ ਪ੍ਰਭੂ ਦਾ ਸਿਮਰਨ ਵਸ ਰਿਹਾ ਹੈ, ਮਨ ਤਨ ਅੰਤਰ ਸਿਮਰਨ ਗੋਪਾਲ, ਕੇਵਲ ਤੇ ਕੇਵਲ ਗੋਪਾਲ ਦਾ, ਪ੍ਰਭੂ ਦਾ, ਪਰਮਾਤਮਾ ਦਾ ਸਿਮਰਨ ਜਿਸ ਦੇ ਅੰਦਰ। ਗੋਪਾਲ ਸ਼ਬਦ ਦਾ ਗੋ ਦਾ ਮਤਲਬ ਹੈ ਧਰਤੀ, ਪਾਲ ਸ਼ਬਦ ਦਾ ਮਤਲਬ ਹੈ ਇਸ ਨੂੰ ਪਾਲਣ ਵਾਲਾ, ਪ੍ਰਤਪਾਲਣਾ ਕਰਨ ਵਾਲਾ। ਇਸ ਸਾਰੀ ਧਰਤੀ ਦੀ ਪ੍ਰਤਪਾਲਣਾ ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਕਰ ਰਿਹਾ, ਉਹ ਵੀ ਕੁਦਰਤ ਰੂਪ ਹੋ ਕਰਕੇ। ਤੇ ਸਤਿਗੁਰੂ ਜੀ ਫਰਮਾਨ ਕਰਦੇ ਹਨ, ਜਿਸ ਦੇ ਮਨ ਅਤੇ ਤਨ ਵਿੱਚ ਉਸ ਪਰਮਾਤਮਾ ਦਾ ਸਿਮਰਨ ਨਾਮ ਭਜਨ ਬੰਦਗੀ ਵਸ ਜਾਵੇ, ਸਭ ਉੱਪਰ ਹੋਵਤ ਕਿਰਪਾਲ। ਅਤੇ ਜੋ ਸਭ ਜੀਵਾਂ ਦੇ ਉੱਪਰ ਕਿਰਪਾ ਭਾਵ ਦਇਆ ਰੱਖਦਾ ਹੋਵੇ। ਤੇ ਨਾਲ ਹੀ ਅਗਲੇ ਬਚਨਾਂ ਵਿੱਚ ਕਹਿ ਦਿੱਤਾ, ਆਪ ਦ੍ਰਿੜੈ ਅਵਰੈ ਨਾਮ ਜਪਾਵੈ, ਨਾਨਕ ਉਹ ਬੈਸਨੋ ਪਰਮਗਤ ਪਾਵੈ। ਅਸਲ ਦੇ ਵਿੱਚ ਇਸ ਪਦੇ ਦੇ ਅੰਦਰ ਅਸਲੀ ਵੈਸ਼ਨੂ ਦੀ ਪਰਿਭਾਸ਼ਾ ਉਕੇਰੀ ਗਈ ਹੈ, ਦੱਸੀ ਗਈ ਹੈ ਕਿ ਅਸਲੀ ਵੈਸ਼ਨੂ ਕੌਣ ਹੈ। ਜਿਸ ਮਨੁੱਖ ਦੇ ਅੰਦਰ ਇਹ ਸਾਰੇ ਚੰਗੇ ਗੁਣ ਘਰ ਕਰ ਜਾਂਦੇ ਨੇ, ਉਹ ਮਨੁੱਖ ਅਸਲੀ ਵੈਸ਼ਨੂ ਬਣ ਕੇ ਇਸ ਦੁਨੀਆ ਤੇ ਨਿੱਤਰਦਾ, ਪ੍ਰਗਟ ਹੁੰਦਾ ਹੈ। ਕਹਿਣ ਲੱਗੇ, ਆਪ ਦ੍ਰਿੜੈ ਅਵਰੈ ਨਾਮ ਜਪਾਵੈ। ਜੋ ਆਪ ਵੀ ਪ੍ਰਭੂ ਦੇ ਨਾਲ ਜੁੜਦਾ, ਪਰਮਾਤਮਾ ਨਾਲ ਜੁੜਿਆ, ਆਪਣੇ ਮਨ ਵਿੱਚ ਵੀ ਪਰਮਾਤਮਾ ਦੇ ਨਾਮ ਨੂੰ ਟਿਕਾਇਆ ਤੇ ਹੋਰਨਾਂ ਨੂੰ ਵੀ ਨਾਮ ਜਪਣ ਦੀ ਪ੍ਰੇਰਨਾ ਦਿੰਦਾ ਹੈ। ਉੱਚੀ ਨਾਮ ਨੂੰ ਉਚਾਰਦਾ ਹੈ ਤਾਂ ਕਿ ਹੋਰਾਂ ਦੇ ਕੰਨਾਂ ਵਿੱਚ ਵੀ ਪਵੇ। ਕਈ ਵਾਰੀ ਇਹ ਵੀ ਮਨ ਵਿੱਚ ਆਉਂਦਾ ਕਿ ਉੱਚੀ ਉੱਚੀ ਜਪਣਾ ਜ਼ਰੂਰੀ ਹੈ। ਚੇਤੇ ਰੱਖਣਾ, ਪਖੰਡ ਵਾਸਤੇ ਉੱਚੀ ਉੱਚੀ ਰੌਲਾ ਪਾਉਣਾ ਬਹੁਤ ਮਾੜਾ ਹੈ, ਗਲਤ ਹੈ, ਬਾਣੀ ਨੇ ਖੰਡਨ ਕੀਤਾ ਹੈ। ਪਰ ਸਿੱਧੀ ਨੀਤ ਦੇ ਨਾਲ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਜਿੰਨਾ ਉੱਚੀ ਹੋ ਸਕੇ ਉਨਾ ਬੋਲਿਆ ਕਰੀਏ। ਉਹਦਾ ਕਾਰਨ ਕੀ ਹੈ? ਸਾਡੇ ਮੁਖ ਚੋਂ ਨਿਕਲੀ ਆਵਾਜ਼ ਕਿਸੇ ਅਣਜਾਣ ਦੇ ਕੰਨਾਂ ਵਿੱਚ ਪਏਗੀ, ਜਿਹਨੇ ਕਦੇ ਨਾਮ ਨਹੀਂ ਸੁਣਿਆ, ਉਹਦੇ ਕੰਨਾਂ ਵਿੱਚ ਪੈ ਗਈ। ਹੋ ਸਕਦਾ ਕਿ ਉਹਨੂੰ ਵੀ ਜਾਗ ਲੱਗ ਜਾਏ, ਉਹ ਵੀ ਉਸ ਪਰਮਾਤਮਾ ਨਾਲ ਜੁੜ ਜਾਏ। ਚੇਤੇ ਰੱਖਣਾ, ਤੋੜੇ ਵਰਗਾ ਪਾਪ ਨਹੀਂ ਤੇ ਜੋੜੇ ਵਰਗਾ ਪੁੰਨ ਨਹੀਂ। ਕਿਸੇ ਦੇ ਮਨ ਵਿੱਚ ਸਾਡੇ ਕਰਕੇ ਇੱਕ ਅੱਧੀ ਵਾਰੀ ਵਾਹਿਗੁਰੂ ਸ਼ਬਦ ਆ ਜਾਏ, ਚੇਤੇ ਰੱਖਣਾ ਸਾਡਾ ਪਾਰ ਉਤਾਰਾ ਹੋ ਜਾਏਗਾ। ਉਸ ਮਨੁੱਖ ਦਾ ਤੇ ਹੋਣਾ ਹੀ ਹੋਣਾ ਹੈ। ਆਪ ਦ੍ਰਿੜੈ ਅਵਰੈ ਨਾਮ ਜਪਾਵੈ। ਜੋ ਆਪ ਵੀ ਨਾਮ ਜਪਦਾ ਤੇ ਹੋਰਨਾਂ ਨੂੰ ਵੀ ਨਾਮ ਜਪਣ ਦੀ ਪ੍ਰੇਰਨਾ ਦਿੰਦਾ ਹੈ,
ਸਤਿਗੁਰ ਜੀ ਫਰਮਾਨ ਕਰਦੇ ਹਨ, ਨਾਨਕ ਉਹ ਵੈਸ਼ਨੋ ਪਰਮ ਗਤ ਪਾਵੈ। ਪਰਮ ਗਤ ਦਾ ਮਤਲਬ ਹੈ ਉੱਚਾ ਆਤਮਿਕ ਦਰਜਾ, ਉੱਚੀ ਆਤਮਿਕ ਅਵਸਥਾ। ਉਹ ਵੈਸ਼ਨੋ ਅਸਲ ਦੇ ਵਿੱਚ ਅਸਲੀ ਵੈਸ਼ਨੋ ਅਖਵਾਉਂਦਾ ਹੈ ਤੇ ਉੱਚਾ ਆਤਮਿਕ ਦਰਜਾ ਹਾਸਲ ਕਰਦਾ ਹੈ, ਜਿਸ ਦੇ ਅੰਦਰ ਉੱਪਰ ਦੱਸੇ ਆ ਸਾਰੇ ਗੁਣ ਮੌਜੂਦ ਨੇ, ਜੋ ਗੁਰੂ ਦੇ ਮਾਰਗ ਤੇ ਚੱਲ ਕੇ ਆਪਣੇ ਜੀਵਨ ਨੂੰ ਬਤੀਤ ਕਰਦਾ ਹੈ।